लेक्चरर इन फिजिक्स विद नंबर 3 जिन्हां दे लेक्चर सुनदे हो फिजिक्स विद डेमोन्स्ट्रेशंस दे चैनल ते। और ਅੱਜ ਆਪਾਂ ਨੂੰ ਇਹ ਸਬਕ ਮਿਲਿਆ ਕਿ ਆਪਾਂ ਸਾਰੇ ਰਲ ਮਿਲ ਕੇ ਫਿਜ਼ਿਕਸ ਦੇ ਛੋਟੇ ਛੋਟੇ ਐਕਸਪੈਰੀਮੈਂਟਸ ਬੇਸਿਕਸ ਜਿਹੜੇ ਹੈਗੇ ਆ ਉਹਨਾਂ ਦੀਆਂ ਗੱਲਾਂ ਕਰਾਂਗੇ ਕਿ ਸਾਇੰਸ ਇੰਨੀ ਇੰਟਰਸਟਿੰਗ ਹੈ, ਸਾਇੰਸ ਇੰਨੀ ਮਜ਼ੇਦਾਰ ਹੈ ਤੇ ਅਸੀਂ ਬੇਸ਼ੱਕ ਲੋਕਡਾਊਨ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਕਿ ਬੰਦੇ ਬੈਠੇ ਆ, ਪਰ ਨਹੀਂ, ਜੋ ਸਾਇੰਸ ਸਟੂਡੈਂਟ ਆ ਉਹ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਆ ਕਿ ਵੀ ਆਰ ਇੰਜੋਇੰਗ ਐਟ ਹੋਮ। तो बेशक ਅਸੀਂ ਘਰ ਦੇ ਵਿੱਚ ਬੈਠੇ ਹਾਂ ਲੇਕਿਨ ਅਸੀਂ हर टाइम कुछ ना कुछ नवा लभ रहे हैं, कुछ ना कुछ नवा करने की कोशिश कर रहे हैं, कुछ सोच रहे हैं कि इस तरह कर लिए, इस तरह कर लिए, पता ही नहीं लगता सारा दिन किस तरह लंघ जाता है। कोई छोटे छोटे ऑपरेटर्स ਜਿਹੜੇ ਤੁਸੀਂ ਮੇਰੇ ਸਾਹਮਣੇ ਟੇਬਲ ਦੇ ਉੱਤੇ ਦੇਖ ਰਹੇ ਹੋ ਇਹ ਤੁਹਾਡੇ ਲਈ ਬੜੇ ਹੈਲਪਫੁਲ ਹੋਣਗੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਕੇ ਅਸੀਂ ਜਿਹੜੇ ਕਨਸੈਪਟਸ ਹਨ, ਜਿਹੜੇ ਸਾਡੇ ਵਿਗਿਆਨੀਆਂ ਨੇ ਕਨਸੈਪਟਸ ਦਿੱਤੇ ਆ ਸਾਨੂੰ, ਉਹਨਾਂ ਦੀ ਕਲੈਰਿਟੀ ਦੇ ਵਿੱਚ ਪਹੁੰਚ ਜਾਂਦੇ ਆ, ਉਹਨਾਂ ਦੀ ਅੰਡਰਸਟੈਂਡਿੰਗ ਲੈਂਦੇ ਆ, ਉਹਦੀ ਸਾਨੂੰ ਸਮਝ ਆਉਂਦੀ ਹੈ ਕਿ ਵਾਹ अच्छा इस तरह उन्होंने सोचा सी ते इस तरह उन्होंने करके दिखाया ते सबूत दिता सानू कि वाकई इदां हुंदा है। तो बड़ियां छोटियां छोटियां जिहियां गल्लां हैगियां, बड़ियां सिंपल सिंपल जिहियां गल्लां हैगियां। बहुत सारे एक्सपेरीमेंट्स तुहानू अमरदीप सर उसते करवांदे हैं YouTube ते, तां तुसीं देखदे हो उन्हां नू किस तरह दे नाल उन्हां ने कूलम्स ला करवाया, किस अट्रैक्शन हुंदी है, रिपल्शन हुंदी है ना, वेन डी ग्राफ जनरेटर तुसीं देखिया। देयर आर सो मैनी थिंग्स। तो साइंस साडे आले दुआले बेटा हमेशा हर जगह ते साइंस है, तो हर जगह ते साइंस है। इसको किस तरह असी रियलाइज करिए, महसूस करिए कि हाँ ये आले दुआले साडे की है हवा है। असी अक्सर ये गल कह दिंदे हां कि एक खाली गिलास लिया, आम असी कह दिंदे एक खाली गिलास लिया, कि वो खाली हुंदा? कदे सोचिया? नो नॉट एट ऑल। ਉਹਦੇ ਵਿੱਚ ਤਾਂ ਹਵਾ ਹੁੰਦੀ ਹੈ, ਪਰ ਅਸੀਂ ਫੇਰ ਵੀ ਕਹਿ ਦਿੰਦੇ ਹਾਂ ਵੀ ਚੱਲ ਖਾਲੀ गिलास लिया। तो ये सोचण वालियां गल्लां है, समझण वालियां गल्लां है, ऑब्जर्वेशन दीयां गल्लां है। ये साडियां ऑब्जर्वेशन स्कीम होणगियां तां असीं कैलकुलेशन ते बड़े ही अच्छे तरीके नाल पहुंचांगे और साडे रिजल्ट्स बड़े इफेक्टिव आउणगे। लेकिन असीं की सोचदे हां, बगैर सोचे समझे बोल दिंदे हां, तां ओह सानू जिहड़ा है वो चीज़ है जिहड़ी ओह उन्ने अच्छे रिजल्ट्स नहीं दे सकदी। तो इस करके बेटा सानू साइंस दे नाल जुड़न दा यही फायदा है कि असीं बड़ा टैक्नीकली सोचण लग पैंदे हां, हर गल नू ऑब्जर्व करदे हां, ऑब्जर्व करन तो बाद ओहदी कैलकुलेशन लैंदे हां, कैलकुलेशन तो बाद असीं रिजल्ट ते पहुंचदे हां। ਤਾਂ ਤੁਸੀਂ ਦੇਖੋ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਰਿਜ਼ਲਟਸ ਤੇ ਪਹੁੰਚ ਕੇ ਅਸੀਂ ਫਿਰ ਉਹ ਸਾਰੇ ਦਾ ਸਾਰਾ ਜੋ ਵੀ ਅਸੀਂ ਹਾਈਪੋਥੇਸਿਸ ਬਣਾਇਆ ਸੀ ਉਸ ਨੂੰ ਰਿਜ਼ਲਟ ਤੱਕ ਲੈ ਕੇ ਜਾ ਕੇ ਐਪਲੀਕੇਸ਼ਨਸ ਲਿਆਉਂਦੇ ਆ। ਫਿਰ ਉਸ ਦੀਆਂ ਐਪਲੀਕੇਸ਼ਨਸ ਬਣਦੀਆਂ ਤੇ ਜਿਹੜੀਆਂ ਕਿ ਸਾਡੀ ਸੋਸਾਇਟੀ ਦੇ ਲਈ ਬੜੀਆਂ ਯੂਜ਼ਫੁਲ ਹੁੰਦੀਆਂ। ਤੇ ਉਹਨਾਂ ਐਪਲੀਕੇਸ਼ਨਸ ਦੇ ਵਿੱਚੋਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਅੱਜ ਕਰੂੰਗਾ ਕਿ ਅਸੀਂ ਕਿਸੇ ਚੀਜ਼ ਨੂੰ ਰੱਬ ਕਰਦੇ ਹਾਂ। ਚੀਜ਼ ਕੀ ਹੈ? ਪਹਿਲਾਂ ਤਾਂ ਇਹ ਸੋਚਣ ਵਾਲੀ ਗੱਲ ਹੈ, ਕੋਈ ਆਬਜੈਕਟ ਪਿਆ, ਕੋਈ ਵੀ ਇੱਥੇ ਆਬਜੈਕਟ ਬਹੁਤ ਸਾਰੇ ਪਏ ਹੈ ਤਾਂ ਉਹ ਕਿਸ ਚੀਜ਼ ਦਾ ਬਣਿਆ ਹੋਇਆ ਹੈ ਨਾ? ਮੈਟਰ ਹੈ। ਮੈਟਰ ਦੇ ਵਿੱਚ ਕੀ ਹੈ? ਐਟਮਸ ਹੈ। ਐਟਮਸ ਦੇ ਵਿੱਚ ਕੀ ਹੈ? ਨਿਊਕਲੀਅਸ ਹੈ। ਨਿਊਕਲੀਅਸ ਦੇ ਵਿੱਚ ਕੀ ਹੈ? ਪ੍ਰੋਟੋਨ ਤੇ ਨਿਊਟਰੋਨਸ ਹੈ। ਪ੍ਰੋਟੋਨ ਤੇ ਚਾਰਜ ਕਿਹੜਾ ਹੈ? ਪੋਜ਼ਿਟਿਵ ਚਾਰਜ ਹੈ। ਨਿਊਟਰੋਨ ਕੀ ਹੈ? ਨਿਊਟਰਲ ਹੈ। ਉਹਦੇ ਆਲੇ ਦੁਆਲੇ ਕੀ ਹੈ? ਇਲੈਕਟ੍ਰੋਨ ਹੈ। ਇਹਦਾ ਮਤਲਬ ਜਦੋਂ ਵਿਗਿਆਨੀਆਂ ਨੇ ਇਹ ਗੱਲ ਦੱਸੀ ਕਿ ਜਿੰਨੇ ਪ੍ਰੋਟੋਨ ਹੈ ਉਨੇ ਹੀ ਇਲੈਕਟ੍ਰੋਨ ਹੁੰਦੇ ਆ, ਇਹਦਾ ਮਤਲਬ ਜਿੰਨਾ ਪੋਜ਼ਿਟਿਵ ਚਾਰਜ ਹੈ ਐਟਮ ਤੇ ਉਨਾ ਹੀ ਨੈਗੇਟਿਵ ਚਾਰਜ ਹੈ। ਇਹਦਾ ਮਤਲਬ ਐਟਮ ਇਜ਼ ਇਲੈਕਟ੍ਰਿਕਲੀ ਨਿਊਟਰਲ। इसलिए कोई भी चीज ਨੂੰ ਅਸੀਂ ਟੱਚ ਕਰਦੇ ਹਾਂ ਤਾਂ ਸਾਨੂੰ ਕੋਈ ਵੀ ਉਹਦੇ ਤੋਂ ਜ਼ਰਕ ਨਹੀਂ ਲੱਗਦਾ, ਮਤਲਬ ਝਟਕਾ ਜਿਹਾ ਮਹਿਸੂਸ ਨਹੀਂ ਹੁੰਦਾ। ਪਰ ਹਾਂ ਜੇ ਕੁਝ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਅਸੀਂ ਕਰੀਏ ਕਿ ਉਹਨਾਂ ਨੂੰ ਰੱਬ ਕਰਕੇ ਅਸੀਂ ਚਾਰਜ ਨੂੰ ਸ਼ੋ ਕਰਨ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਦੇਖੋ ਕਿ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਜਿਹੜਾ ਕਿ ਮੈਂ ਤਕਰੀਬਨ ਇਹ ਕਰਨ ਦੀ ਕੋਸ਼ਿਸ਼ ਕਰਦਾ। ਇੱਕ ਬੈਲੂਨ ਲਿਆ, ਉਸ ਬੈਲੂਨ ਦੇ ਵਿੱਚ ਆਪਾਂ ਨੇ 에ਅਰ ਫਿਲ ਕੀਤੀ। I filled air in this balloon। ਸਿੰਪਲ ਹਵਾ, ਆਲੇ ਦੁਆਲੇ ਸਾਡੇ ਕੀ ਹੈ? ਹਵਾ ਹੈ। ਤੇ ਉਸ ਹਵਾ ਨੂੰ ਇਸ ਬੈਲੂਨ ਦੇ ਵਿੱਚ ਮੈਂ ਭਰ ਲਿਆ ਹੋਇਆ ਤੇ ਜਦੋਂ ਮੈਂ ਇਸ ਬੈਲੂਨ ਦੇ ਵਿੱਚ ਹਵਾ ਨੂੰ ਭਰਿਆ ਤਾਂ ਇਸ ਨੂੰ ਨੋਟ ਲਗਾ ਲਈ। ਨੋਟ ਲਗਾਉਣ ਤੋਂ ਬਾਅਦ ਮੈਂ ਦੇਖਦਾ ਕਿ ਇਹ ਮੇਰੇ ਹੱਥ ਨਾਲ ਸਟਿਕ ਕਰਦਾ। ਇਟਸ ਨਾਟ ਸਟਿਕਿੰਗ ਵਿਦ ਮਾਈ ਹੈਂਡ। ਕਿਉਂ? ਕਿਉਂਕਿ ਸਾਇੰਸ ਫਿਰ ਬੁੱਕ ਦੀ ਲੋੜ ਪੈਂਦੀ ਹੈ, ਥਿਊਰੀ ਦੀ ਲੋੜ ਪੈਂਦੀ ਹੈ। ਥਿਊਰੀ 'ਚ ਅਸੀਂ ਕੀ ਪੜ੍ਹਦੇ ਹਾਂ ਕਿ ਰਬਿੰਗ ਦਾ ਚਾਰजेस appear and charge always resides on the surface। ਹੁਣ ਅਸੀਂ ਇਸ ਨੂੰ ਜਦੋਂ ਅਸੀਂ ਇਸ ਦੇ ਨਾਲ ਰੱਬ ਕੀਤਾ तो you will see कि हुण इहदे उत्ते चार्ज है जिहड़ा सरफेस उत्ते इकट्ठा हो गया, कम्यूलेट हो गया। चार्ज है कि ये ट्रांसफर ऑफ इलेक्ट्रॉन्स टेक्स प्लेस। देखो ये की है? ये वही बैलून है जिहड़ा हुण हत्थ दे नाल ईजीली स्टिक कर गया। यू कैन वॉच इट। तो बड़ा सिंपल एक्सपेरिमेंट है। घरे बैठे एक बैलून ਨੂੰ ਫਲਾਇਆ ਤੁਸੀਂ है ना, ਉਸ ਦੇ ਵਿੱਚ 에ਅਰ ਸੀਗੀ, ਉਸ ਨੂੰ ਰੱਬ ਕੀਤਾ। ਰੱਬ ਕਰਨ ਦੇ ਨਾਲ ਇੱਕ ਹੱਥ ਸੀਗਾ, ਇੱਕ ਬੈਲੂਨ ਸੀਗਾ, ਉਹਨਾਂ ਦੇ ਵਿੱਚ ਆਪਸ ਵਿੱਚ ਕੀ ਇੰਟਰੈਕਸ਼ਨ ਹੋਈ ਹੈ ਦੇਖੋ। ਤਾਂ ਇਸ ਦਾ ਮਤਲਬ ਇਹ ਸਟਿਕ ਕਰ ਗਿਆ ਮਤਲਬ ਇੱਕ ਚਾਰਜ ਕੋਈ ਹੋਰ ਹੈ, ਦੂਸਰਾ ਕੋਈ ਹੋਰ ਹੈ। That's the मतलब there are two types of charges, one is positive and other is
negative, it means it is clear now कि positive negative attracts. And ਤੁਸੀਂ ਕਹੋ ਜੀ ਇਹ ਕਿਸ ਤਰ੍ਹਾਂ ਵੀ positive negative attracts, what about positive and positive? ਤਾਂ positive ਕਦੋਂ ਆਊਗਾ ਜਦੋਂ ਅਸੀਂ same ਚੀਜ਼ ਲਵਾਂਗੇ। ਦੇਖੋ ਇਹ ਵੀ ਸਾਡੇ ਕੋਲ ਪਲਾਸਟਿਕ ਹੈ ਤੇ ਸਾਡੇ ਕੋਲ ਇੱਕ ਸਟ੍ਰॉ ਹੈ ਉਹ ਵੀ ਪਲਾਸਟਿਕ ਇਨ ਸਟ੍ਰॉ। ਇਸ ਨੂੰ ਮੈਂ ਹੱਥ ਨਾਲ ਰਬ ਕਰ ਲਿਆ। ਹੁਣ ਇੱਥੇ ਇੱਕ ਮੈਂ ਸਿੰਪਲ ਜਿਹਾ ਇੰਸਟਰੂਮੈਂਟ ਬਣਾਇਆ, ਇੱਕ ਇਰੇਜ਼ਰ ਲਈ ਹੈ, ਇੱਕ ਰੀਫਿਲ ਯੂਜ਼ਡ ਰੀਫਿਲ, ਇਸ ਨੂੰ ਇਨਸਰਟ ਕਰ ਲਿਆ ਇਸ ਇਰੇਜ਼ਰ ਦੇ ਵਿੱਚ, ਇਸ ਦਾ ਪਾਈਵਟ ਬਣਾ ਲਿਆ ਹੋਇਆ ਤੇ ਇਹ ਸਿੰਪਲੀ easy to move ਹੋ ਗਿਆ। Now you can see what is happening over here. So I have rubbed this balloon now. और देखो क्या हो रहा है, repulsion is there now. Is it clear to you? This is called repulsion. So repulsion होगी। पहला ਅਸੀਂ ਕੀ ਦੇਖਿਆ attraction, now we have seen repulsion। ਇਸ ਦਾ ਮਤਲਬ ਕਿਤੇ attraction ਹੈ ਕਿਤੇ repulsion ਹੈ। ਇਹਦਾ ਮਤਲਬ ਚਾਰजेस ਹੈ ਜਿਹੜੇ ਉਹ ਪੋਜ਼ਿਟਿਵ ਨੈਗੇਟਿਵ ਆਪਸ ਦੇ ਵਿੱਚ ਅਟੈਕ ਕਰਦੇ ਆ, ਪੋਜ਼ਿਟਿਵ ਪੋਜ਼ਿਟਿਵ ਜਾਂ ਨੈਗੇਟਿਵ ਨੈਗੇਟਿਵ ਰਿਪੈਲ ਕਰ ਰਹੇ। ਤਾਂ ਹੁਣ ਜੇ ਕੋਈ ਚੀਜ਼ ਅਸੀਂ ਇਸ ਤਰ੍ਹਾਂ ਦੀ ਲਈਏ ਕਿ ਜਿਹੜੀ ਚਾਰਜ ਨਾ ਕਰੀਏ, ਅਸੀਂ ਇਸ ਨੂੰ ਚਾਰਜ ਕੀਤਾ ਨਾ ਸਟ੍ਰॉ ਨੂੰ, ਬੈਲੂਨ ਨੂੰ ਚਾਰਜ ਕੀਤਾ ਨਾ, ਲੇਕਿਨ ਅਸੀਂ ਕੋਈ ਚੀਜ਼ ਇਸ ਤਰ੍ਹਾਂ ਦੀ ਲੈਂਦੇ ਆ ਜਿਸ ਨੂੰ ਅਸੀਂ ਚਾਰਜ ਨਹੀਂ ਕਰਦੇ, ਤਾਂ ਮੇਰੇ ਕੋਲ ਕੀ ਹੈ ਛੋਟੇ ਛੋਟੇ ਕਾਗਜ਼ ਦੇ ਟੁਕੜੇ हैं, small paper bits are there। ਤਾਂ ਇਹਨਾਂ ਪੇਪਰ ਬਿਟਸ ਨੂੰ ਮੈਂ ਇਸ ਕਾਗਜ਼ ਦੇ ਟੁਕੜੇ ਦੇ ਉੱਤੇ ਰੱਖਿਆ, ਤਾਂ ਯੂ ਵਿਲ ਸੀ। ਤੇ ਹੁਣ ਮੈਂ ਇਸ ਨੂੰ ਨੇੜੇ ਲੈ ਕੇ ਜਾ ਰਿਹਾ, ਕਾਗਜ਼ ਦੇ ਟੁਕੜਿਆਂ ਨੂੰ ਮੈਂ ਚਾਰਜ ਨਹੀਂ ਕੀਤਾ, ਤੁਸੀਂ ਦੇਖੋ what is happening, you can see। ਤੁਹਾਨੂੰ ਨਜ਼ਰ ਆਇਆ, ਬੜਾ ਹੀ ਸਿੰਪਲ ਜਿਹਾ ਐਕਸਪੈਰੀਮੈਂਟ ਹੈ ਕਿ ਇਸ ਦਾ ਮਤਲਬ ਇਹ ਹੋਇਆ ਕਿ ਜਿਹੜੀ ਚੀਜ਼ ਚਾਰਜ ਨਹੀਂ ਸੀ ਉਹ ਅਟਰੈਕਟ ਹੋ ਗਈ। ਬੜਾ ਸਿੰਪਲ ਜੀ ਗੱਲ ਸੀ ਨਾ, ਜਿਹੜੀ ਚੀਜ਼ ਚਾਰਜ ਨਹੀਂ ਸੀ ਉਹ ਕੀ ਹੋ ਗਈ ਅਟਰੈਕਟ ਹੋ। ਤਾਂ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਵੀ ਕਾਗਜ਼ ਦੇ ਟੁਕੜੇ ਤਾਂ ਜੀ ਅਸੀਂ ਪਹਿਲਾਂ ਵੀ ਕਰਕੇ ਦੇਖੇ ਸੀਗੇ, ਕਲਾਸਿਸ ਦੇ ਵਿੱਚ ਅਸੀਂ ਇੱਕ ਸਕੇਲ ਦੇ ਨਾਲ ਉਸ ਨੂੰ ਰਬ ਕਰ ਲੈਂਦੇ ਸੀਗੇ ਹਨਾ। ਤਾਂ ਹੁਣ ਮੈਂ ਤੁਹਾਨੂੰ ਜਿਹੜਾ ਐਕਸਪੈਰੀਮੈਂਟ ਦਿਖਾਉਣ ਜਾ ਰਿਹਾ ਕਿ ਇਹ ਤੁਸੀਂ ਨਹੀਂ ਕੀਤਾ ਹੋਏਗਾ। ਦੇਖੋ ਇਹ ਮੇਰੇ ਕੋਲ ਕੀ ਹੈ, ਐਲੂਮੀਨੀਅਮ ਰॉड ਹੈ। ਇਸ ਐਲੂਮੀਨੀਅਮ ਰॉड ਦੇ ਵਿੱਚ ਆਪਾਂ ਦੇਖਾਂਗੇ ਕਿ ਅਟਰੈਕਸ਼ਨ ਹੁੰਦੀ ਹੈ ਜਾਂ ਰਿਪਲਸ਼ਨ ਹੁੰਦੀ ਹੈ, ਵੀ ਵਿਲ ਸੀ। ਤਾਂ ਇਸ ਬੈਲੂਨ ਨੂੰ ਅਸੀਂ ਕੀ ਕੀਤਾ, ਚਾਰਜ ਕਰ ਲਿਆ। ਅਟਰੈਕਟ ਹੋ ਰਿਹਾ ਨਾ, ਇਹ ਦੇਖੋ ਅਟਰੈਕਟ ਹੋ ਰਿਹਾ ਨਾ। ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਅਟਰੈਕਸ਼ਨ ਇਜ਼ देयर, ਰਾਈਟ। ਇਜ਼ ਇਟ ਕਲੀਅਰ ਟੂ ਯੂ? ਤਾਂ ਇਸ ਦਾ ਮਤਲਬ ਜਿੰਨੀਆਂ ਵੀ ਅਨਚਾਰਜ ਬੋਡੀਜ਼ ਹੋਣਗੀਆਂ ਸਾਡੇ ਕੋਲ, ਉਹ ਹਮੇਸ਼ਾ ਦੇ ਨਾਲ ਕਿਆ ਹੋਣਗੀਆਂ, ਅਟਰੈਕਟ ਹੀ ਹੋਣਗੀਆਂ। ਤੇ ਚਾਰਜਡ ਬੋਡੀ ਦੇ ਵਿੱਚ ਇਹ ਹੈ ਕਿ ਸਾਨੂੰ ਦੇਖਣਾ ਪਏਗਾ ਵੀ ਉਸ ਤੇ ਚਾਰਜ ਕਿਹੜਾ ਹੈ। ਜੇ ਇਹਦਾ ਸੇਮ ਚਾਰਜ ਹੋਇਆ ਤਾਂ ਫਿਰ ਉਹ ਆਪਸ ਵਿੱਚ ਰਿਪਲ ਕਰਨਗੇ, ਲਾਈਕ ਚਾਰजेस ਰਿਪੈਲ ਐਂਡ ਅਨਲਾਈਕ ਚਾਰजेस ਅਟਰੈਕਟ। ਇਹ ਅਸੀਂ ਦੇਖਿਆ। ਹੁਣ ਤੁਹਾਨੂੰ ਮੈਂ ਦੱਸਦਾ ਇੱਕ ਕੁਐਸਚਨ ਆਉਂਦਾ ਸਾਡੇ ਕੋਲ ਕਿ ਵਿਚ ਫੋਰਸ, ਦਿਸ ਫੋਰਸ ਇਜ਼ ਨੋਨ ਐਜ਼ ਐਨ ਇਲੈਕਟ੍ਰੋਸਟੈਟਿਕ ਫੋਰਸ। ਤੇ ਇੱਕ ਫੋਰਸ ਹੈ ਸਾਡੇ ਕੋਲ ਗ੍ਰੈਵਿਟੇਸ਼ਨਲ ਫੋਰਸ। ਤਾਂ ਗ੍ਰੈਵਿਟੇਸ਼ਨਲ ਫੋਰਸ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਦੋਂ ਅਸੀਂ ਪੜ੍ਹਦੇ ਹਾਂ there are two masses m1 m2, they are separated by a distance r, then we apply the formula F is proportional to m1 m2 over r square। ਤਾਂ ਇਸੇ ਤਰ੍ਹਾਂ ਹੀ ਚਾਰजेस ਦੇ ਵਿੱਚ ਸਾਡੇ ਕੋਲ ਕੀ ਆ ਜਾਂਦਾ, ਜਿਹੜਾ ਅਸੀਂ ਕੂਲਮਸ ਲਾ ਕਹਿੰਦੇ ਹਾਂ, Q1 ਤੇ Q2 ਦੋ ਚਾਰजेस ਹੈ, ਦੋਨੋਂ ਸੇਮ ਨੇਚਰ ਦੇ ਵੀ ਹੋ ਸਕਦੇ ਹਨ, ਆਪੋਜ਼ਿਟ ਦੇ ਵੀ ਹੋ ਸਕਦੇ ਹਨ, ਪੋਜ਼ਿਟਿਵ 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 ਨੈਗੇਟਿਵ ਵੀ ਹੋ ਸਕਦੇ ਹਨ। ਤੇ ਉਹਨਾਂ ਨੂੰ ਜੇ ਸੈਪਰੇਟ ਕਰੀਏ ਵਿਦ ਡਿਸਟੈਂਸ ਤਾਂ ਅਸੀਂ ਦੇਖਦੇ ਹਾਂ ਕਿ ਉੱਥੇ ਕੀ ਹੋਇਆ। ਤਾਂ ਇਹਦਾ ਮਤਲਬ ਉਹਦੇ ਵਿੱਚ ਜਿਹੜੀ ਫੋਰਸ ਲੱਗੀ ਦੈਟ ਇਜ਼ ਇਲੈਕਟ੍ਰੋਸਟੈਟਿਕ ਫੋਰਸ। ਉੱਥੇ ਜਿਹੜੀ ਫੋਰਸ ਲੱਗੀ ਦੋ ਆਬਜੈਕਟ ਦੇ ਵਿੱਚ ਗ੍ਰੈਵਿਟੇਸ਼ਨਲ ਫੋਰਸ। ਨਾਓ ਦ ਕੁਐਸਚਨ ਇਜ਼ ਵਿਚ ਵਨ ਇਜ਼ ਸਟਰੋਂਗਰ ਫੋਰਸ, ਦ ਗ੍ਰੈਵਿਟੇਸ਼ਨਲ ਫੋਰਸ ਸਟਰੋਂਗਰ ਹੈ ਜਾਂ ਇਲੈਕਟ੍ਰੋਸਟੈਟਿਕ ਫੋਰਸ ਸਟਰੋਂਗਰ। ਤਾਂ ਇਹਦੇ ਲਈ ਬੜਾ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਕਿ ਹੁਣ ਇਹ ਜਿਹੜੇ ਕਾਗਜ਼ ਦੇ ਟੁਕੜੇ ਆ ਮੇਰੇ, ਇਹਨਾਂ ਕਾਗਜ਼ ਦੇ ਟੁਕੜਿਆਂ ਨੂੰ ਐਕਚੁਅਲੀ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਨੂੰ ਧਰਤੀ ਨੇ ਆਪਣੇ ਵੱਲ ਖਿੱਚਿਆ ਹੋਇਆ। ਲੇਕਿਨ ਜਦੋਂ ਮੈਂ ਇਸ ਬੈਲੂਨ ਨੂੰ ਰਬ ਕਰਦਾ ਤੇ ਰਬ ਕਰਨ ਤੋਂ ਬਾਅਦ ਮੈਂ ਇਸ ਨੂੰ ਕਰਦਾ ਇਹਨਾਂ ਦੇ ਨੇੜੇ ਲੈ ਕੇ ਜਾਣਾ ਤਾਂ ਉਹ ਕਾਗਜ਼ ਦੇ ਟੁਕੜੇ ਆ ਜਿਹੜੇ ਉੱਪਰ ਚੱਕੇ ਜਾ ਰਹੇ।
बैलून दे नाल स्टिक कर गए होए तां इस दा मतलब बैलून दे विच जिहड़े चार्ज करके फोर्स सी इलैक्ट्रोस्टैटिक फोर्स सी वो ज़्यादा पावरफुल होगी धरती ते या इस कागज दे नाल जांदी स्टेबल दे उपर एक कागज दे टुकड़े हेठां धरती वल खिंचे हुए पे सीगे लेकिन इलैक्ट्रोस्टैटिक फोर्स की वजह करके ऊपर नूं आ गए बैलून वाल नूं अट्रैक्ट हो गए होए इट मींस इलैक्ट्रोस्टैटिक फोर्स इज स्ट्रॉन्गर इन नेचर तो बड़ा सिंपल जिहा एक एक्सपेरिमेंट है देखो एक सिंपल जे तरीके दे नाल असीं करन दे विच कामयाब हो गए हुण गल इह है कि जेकर इह चीज़ां जिहड़ियां हैगियां असीं कोई भी चीज़ां रब कर रहे हां तो उन्हां दे उत्ते चार्ज आ रहा है तां एवरी डे वी आर रबिंग ईच एंड एवरीथिंग तां उन्हां दे उत्ते जिहड़ा चार्ज है तां एक होर मैं तुहाडे कोल मेरे कोल एक टेफ्लॉन टेप तां उस दे नाल मैं तुहानूं एक्सपेरिमेंट करके दिखाऊंगा देखो इट्स नॉट गोइंग अट्रैक्टेड टुवर्ड्स माय हैंड नाउ आई विल रब इट तां जदों मैं इस नूं रब करदा तो यू कैन सी स्टिक कर गई ना रब करन तो बाद कितनी छेती दे नाल स्टिक कर गई नाउ द सेम एक्सपेरिमेंट कि इस दे ऊपर भी चार्ज है ਅਸੀਂ ਹੁਣੇ रब कीता सी दोबारा कर ਲੈਂਦੇ ਆ ਅਸੀਂ रब कीता इस दे ਉੱਤੇ चार्ज है ਤਾਂ ਜਦੋਂ ਇਸ ਦੇ ਉੱਤੇ ਚਾਰਜ ਦੇਖ ਰਹੇ ਹਾਂ ਤਾਂ ਇਹ ਕੀ ਹੋ ਰਿਹਾ ਹੈ ਰਿਪਲਸ਼ਨ ਹੋ ਰਹੀ ਹੈ ਤੇ ਉਧਰ ਮੇਰੇ ਹੱਥ ਵੱਲ ਕੀ ਹੋ ਰਹੀ ਹੈ ਐਕਸ਼ਨ ਹੋ ਰਹੀ ਹੈ ਦੇਖੋ राइट ਤਾਂ ਇਸ ਦਾ ਮਤਲਬ ਲਾਈਕ ਚਾਰजेस ਰਿਪੈਲ ਈਚ ਅਦਰ ਤਾਂ ਇਹ ਜਿਹੜਾ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਹੈ ਅਸੀਂ ਕਰਕੇ ਦੇਖਿਆ ਤਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਐਕਸਪੈਰੀਮੈਂਟ ਕਰਕੇ ਦਿਖਾਣਾ ਬੇਟਾ simple hair face so anyway now we'll move to next experiment this is a gold leaf electroscope gold leaf electroscope ਤਾਂ ਜਦੋਂ ਅਸੀਂ ਇਸ ਨੂੰ ਰਬ ਕਰਦੇ ਹਾਂ ਤਾਂ ਇਸ ਦੇ ਉੱਤੇ ਚਾਰਜ ਹੈ ਤੇ ਚਾਰਜ ਨੂੰ ਡਿਟੈਕਟ ਕੌਣ ਕਰੇਗਾ ਤਾਂ ਚਾਰਜ ਨੂੰ ਡਿਟੈਕਟ ਕੌਣ ਕਰੇਗਾ ਇਸ ਦੇ ਵਿੱਚ 골ਡ ਲੀਫ ਇਲੈਕਟ੍ਰੋਸਕੋਪ ਦੇ ਵਿੱਚ ਦੋ ਲੀਵਸ ਲੱਗੇ ਹੋਏ ਤਾਂ ਜਦੋਂ ਇਸ ਨੂੰ ਮੈਂ ਬੈਲੂਨ ਨੂੰ ਨੇੜੇ ਲੈ ਕੇ ਜਾਵਾਂਗੇ ਤਾਂ ਵਾਟ ਇਜ਼ ਹੈਪਨਿੰਗ ਲੀਵਸ ਓਪਨ ਹੋ ਰਹੇ ਹਨ ਦਿਸ ਇਜ਼ ਓਪਨਿੰਗ ਆਫ ਦ ਲੀਵਸ ਮੀਨਸ ਬੈਲੂਨ ਦੇ ਉੱਪਰ ਜਿਹੜਾ ਚਾਰਜ ਸੀਗਾ ਉਹੀ ਚਾਰਜ ਇਸ ਦੇ ਵਿੱਚ ਗਿਆ ਤੇ ਇਸ ਦੇ ਵਿੱਚ ਉਹ ਚਾਰਜ ਜਾਣ ਦੇ ਨਾਲ ਕੀ ਹੋਇਆ ਸੇਮ ਚਾਰਜ ਔਰ ਉਹ ਦੋਨੋਂ ਕਿਆ ਹੈ ਉਹ रिपेल करके राइट दिस इज रिपल्शन तो हेयर भी मैनू लग गए हुए तो आप इस दे नाल भी करके देखते हैं दिस इज अट्रैक्शन ਤਾਂ ਅਸੀਂ ਦੇਖਿਆ ਕਿ ਕਿਤੇ ਅਟਰੈਕਸ਼ਨ ਹੋ ਰਹੀ ਹੈ ਕਿਤੇ ਕੀ ਹੋ ਰਹੀ ਹੈ रिपल्शन हो तो इसका मतलब ये होया कि there are two types of charges one is positive and other is negative positive negative attracts positive and negative repels तो ये काफी के चार्जेस दो तरह के ते वो हुण गल ये है भी ये जे चार्ज ਨੂੰ ਅਸੀਂ ਅੱਗੇ ਫਲੋ ਕਰਾ ਦਈਏ ਵਾਇਰ ਦੇ ਵਿੱਚ ਫਲੋ ਕਰ ਰਿਹਾ ਤਾਂ ਹੀ ਇਹ ਸਾਰੀ ਇਲੈਕਟ੍ਰਿਸਿਟੀ ਚੱਲ ਰਹੀ ਹੈ ਤਾਂ ਫਲੋ ਆਫ ਚਾਰਜ ਇਜ਼ ਨੋਨ ਐਸ ਕਰੰਟ ਜਿਸ ਨੂੰ ਅਸੀਂ ਇਲੈਕਟ੍ਰਿਸਿਟੀ ਕਹਿੰਦੇ ਤਾਂ ਇਹੀ ਚਾਰਜ ਹੈ ਜਿਹੜਾ ਅਸੀਂ ਬੈਟਰੀ ਦੇ ਵਿੱਚ ਮੈਂ 9 ਵੋਲਟ ਦੀ ਬੈਟਰੀ ਲਗਾਈ ਹੈ ਇਸ ਦੇ ਵਿੱਚ ਅਸੀਂ 9 ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਰਾਈਟ ਇੱਕ ਸਰਕਟ ਤਿਆਰ ਕੀਤਾ ਹੈ ਇਹ ਦੋ ਨੇਕਡ ਵਾਇਰਸ ਹੈ ਇਹਨਾਂ ਨੇਕਡ ਵਾਇਰਸ ਨੂੰ ਮੈਂ ਜਦੋਂ ਟੱਚ ਕਰੂੰਗਾ ਤੇ ਯੂ ਲਿਸਨ ਦ ਸਾਊਂਡ my body your human body is a good conductor of electricity देखो मैं इसको टच किया तो क्या हो रहा है circuit is on now this is the example of an open circuit and now this is an closed circuit so very simple example open circuit closed circuit पर तुसी करे नहीं कोशिश करना है क्यों क्योंकि I am performing this experiment with only 9 volt direct current battery and the current flowing through the wires ਜਿਹੜੀ ਸਾਡੇ ਘਰਾਂ ਦੇ ਵਿੱਚ ਬਿਜਲੀ ਸਪਲਾਈ ਆ ਰਹੀ ਹੈ ਬੇਟਾ that is alternating current that is the type one time positive and other time negative positive negative and frequency of that AC is 50 hertz ਇੱਕ ਸੈਕਿੰਡ ਦੇ ਵਿੱਚ 50 ਵਾਰੀ positive negative ਹੋ ਜਾਂਦਾ ਤਾਂ ਇਹ ਨਹੀਂ ਪਤਾ ਵੀ ਉੱਥੇ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਹੁਣੇ ਤੁਹਾਨੂੰ ਮੈਂ ਦਿਖਾ ਰਿਹਾ ਸੀ ਕਿ ਸਾਡੀ ਬਾਡੀ ਦੇ ਵਿੱਚ ਜਿਹੜਾ ਚਾਰਜ ਹੈ ਤਾਂ ਉਸ ਚਾਰਜ ਨੂੰ ਅਸੀਂ ਯੂਜ਼ ਵੀ ਕਰ ਸਕਦੇ ਹਾਂ
है ना। ਤਾਂ ਉਹ ਦੇਖੋ ਜੇ ਅਸੀਂ ਉੱਥੇ ਕਿਤੇ ਕਰੰਟ ਕਿਉਂ ਵੱਜਦਾ ਸਾਨੂੰ ਵੀ ਉੱਥੇ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਵੀ ਡੋਂਟ ਨੋ ਕਿਉਂਕਿ 1 ਸੈਕਿੰਡ ਦੇ ਵਿੱਚ ਫਲਕਚੁਏਸ਼ਨ ਹੋ ਰਹੀ ਹੈ ਹਰਟਸ ਫ੍ਰੀਕੁਐਂਸੀ ਹੈ ਉਸਦੀ 50 ਹਰਟਸ ਤਾਂ ਪਤਾ ਨਹੀਂ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਸਾਡੀ ਬਾਡੀ ਦੇ ਵਿੱਚ ਵੀ ਪੋਜ਼ਿਟਿਵ ਨੈਗੇਟਿਵ ਹੈ ਬਿਕੋਜ਼ ਔਰ ਬਾਡੀ ਇਜ਼ ਹੈਵਿੰਗ 70% ਆਫ ਵਾਟਰ ਐਂਡ ਵਾਟਰ ਇਜ਼ ਪੋਲਰ ਇਨ ਨੇਚਰ ਤੇ ਵਾਟਰ ਦੀ ਨੇਚਰ ਕੀ ਹੈ ਪੋਲਰ ਹੈ ਤਾਂ ਉਸ ਪੋਲਰ ਨੇਚਰ ਕਰਕੇ H and OH ਆਇਨਸ ਪੋਜ਼ਿਟਿਵ ਐਂਡ ਨੈਗੇਟਿਵ ਆਇਨਸ ਸਾਡੀ ਬਾਡੀ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਚਾਰਜ ਪਿਆ ਹੈ ਲੇਕਿਨ ਇਲੈਕਟ੍ਰੀਕਲੀ ਅਸੀਂ ਨਿਊਟਰਲ ਆ ਰਾਈਟ ਨਹੀਂ ਤਾਂ ਇੱਕ ਦੂਜੇ ਨੂੰ ਹੈਂਡਸ਼ੇਕ ਕਰਦੇ ਤਾਂ ਸਾਨੂੰ ਕਰੰਟ ਵੱਜਣਾ ਚਾਹੀਦਾ ਸੀ ਚਲੋ ਅੱਜ ਕੱਲ ਤਾਂ ਇਹ ਵੀ ਖਤਮ ਹੋ ਗਿਆ ਫਿਰ ਹੁਣ ਤਾਂ ਦੂਰੋਂ ਹੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਹੀ ਕਰਨਾ ਰਾਈਟ ਤਾਂ ਇਹਨਾਂ ਗੱਲਾਂ ਦਾ ਵੀ ਅਸੀਂ ਕਰ ਰਹੇ ਤਾਂ ਬੇਟੇ ਤੁਸੀਂ ਦੇਖ ਰਹੇ ਸੀਗੇ ਕਿ ਇਹ ਜਿਹੜਾ ਕਰੰਟ ਹੈ ਇਸ ਨੂੰ ਅਸੀਂ ਹੁਣ ਸਾਡੇ ਕੋਲ ਇੱਕ ਇਹ ਏਸੀ ਬਲਬ ਹੈ ਰਾਈਟ ਵਿਦ ਦ ਹੈਲਪ ਆਫ ਏਸੀ ਇਹ ਗਲੋ ਕਰ ਜਾਂਦਾ ਰਾਈਟ ਲੇਕਿਨ ਮੈਂ ਇਸ ਨੂੰ ਟੱਚ ਕਰ ਰਿਹਾ ਦੇਖੋ ਤੁਹਾਡੇ ਸਾਹਮਣੇ ਜਗ ਗਿਆ ਨਾ ਤਾਂ ਹੁਣ ਤੁਸੀਂ ਦੇਖੋਗੇ ਮੇਰੀ ਬਾਡੀ ਜਿੱਥੇ ਗੁੱਡ ਕੰਡਕਟਰ ਹੈ ਉੱਥੇ ਇਹਦੇ ਵਿੱਚ ਰੈਜ਼ਿਸਟੈਂਸ ਵੀ ਹੈ ਰਾਈਟ ਵਿਦ that resistance of human body ਠੀਕ ਹੈ ਤੇ ਤੁਸੀਂ ਇਹ ਪਰਫਾਰਮ ਕਰ ਸਕਦੇ ਹੋ ਕਰੇ ਇਸ ਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਦਾ ਡਰ ਨਹੀਂ ਹੈ ਕਿ ਸਾਨੂੰ ਕੋਈ ਕਰੰਟ ਲੱਗੇਗਾ ਝਟਕਾ ਲੱਗੇਗਾ ਨਹੀਂ so this way okay so these are the simple experiments we are performing ਕਿ ਅੰਡਰਸਟੈਂਡਿੰਗ ਲੈਣ ਦੇ ਲਈ ਕਿ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਪਰਫਾਰਮ ਕਰਦੇ ਹਾਂ ਹੁਣ ਗੱਲ ਆ ਜਾਂਦੀ ਹੈ ਕਿ ਇਹ ਜਿਹੜੀ ਬਿਜਲੀ ਹੈ ਇਲੈਕਟ੍ਰਿਸਿਟੀ ਹੈ ਇਹ ਇੱਕ ਬੈਟਰੀ ਦੇ ਨਾਲ ਤਾਂ ਅਸੀਂ ਚਲਾ ਲਈ ਇੱਕ ਸੈੱਲ ਦੇ ਨਾਲ ਤਾਂ ਚਲਾ ਲਈ ਹੁਣ ਇੱਕ ਸੈੱਲ ਹੈ ਸਾਡੇ ਹੁਣ ਅਕਸਰ ਇਹ ਪੁੱਛਿਆ ਜਾਂਦਾ ਕਿ ਸੈੱਲ ਦੇ ਵਿੱਚ ਕਿੰਨਾ ਪੋਟੈਂਸ਼ੀਅਲ ਹੁੰਦਾ ਹੈ ਨਾ ਜਿਹਨੂੰ ਪੋਟੈਂਸ਼ੀਅਲ ਡਿਫਰੈਂਸ ਤੇ EMF ਅਸੀਂ ਦੋ ਗੱਲਾਂ ਕਰਦੇ ਹਾਂ ਰਾਈਟ ਹੁਣ ਇਸ ਦੇ ਵਿੱਚ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸੈੱਲ ਦੇ ਉੱਪਰ ਹੀ ਲਿਖਿਆ ਹੋਇਆ ਹੁੰਦਾ ਬੇਟੇ 1.5 V so 1.5 volt it's having a potential difference 1.5 volt right ਹੁਣ ਇਸ ਦੇ ਵਿੱਚ ਕੀ ਹੈ ਕਿ ਜਦੋਂ ਇਸ ਦੇ ਵਿੱਚ ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਹੈ ਤਾਂ ਕਾਰਬਨ ਰੋਡ ਹੁੰਦੀ ਹੈ ਪੋਜ਼ਿਟਿਵ ਤੇ ਜਿਹੜਾ ਜ਼ਿੰਕ ਹੈ ਜ਼ਿੰਕ ਪਲੇਟ ਸਾਡੇ ਕੋਲ ਨੈਗੇਟਿਵ ਇਸ ਕੈਮੀਕਲ ਰਿਐਕਸ਼ਨ ਹੁੰਦਾ ਹੈ ਐਂਡ that chemical energy gets converted into electrical energy ਤਾਂ ਅਸੀਂ ਦੇਖਿਆ ਕਿ ਇੱਕ ਸਾਡੇ ਕੋਲੇ ਸਰਕਟ ਹੈ ਬਲਬ ਹੈ ਰਾਈਟ ਹੁਣ ਇਸ ਦੇ ਵਿੱਚ ਅਸੀਂ ਪੋਜ਼ਿਟਿਵ ਨਾਲ ਲਗਾਵਾਂਗੇ ਤੇ ਨੈਗੇਟਿਵ ਨਾਲ ਲਗਾਵਾਂਗੇ ਤਾਂ ਤੁਸੀਂ ਦੇਖਣਾ ਕਿ ਇਹ ਜਿਹੜਾ ਬਲਬ ਹੈ ਸਾਡਾ ਉਹ ਗਲੋ ਕਰੇਗਾ ਰਾਈਟ ਤਾਂ ਤੁਸੀਂ ਦੇਖਿਆ ਬਲਬ ਜਲ ਗਿਆ ਨਾ ਪਰ ਇਸ ਨੂੰ ਕਿੰਨਾ ਮਿਲ ਰਿਹਾ ਹੈ ਪੋਟੈਂਸ਼ੀਅਲ ਡਿਫਰੈਂਸ 1.5 V ਹੁਣ ਜੇ ਇਸ ਨੂੰ ਅਸੀਂ ਡਬਲ ਕਰਨਾ ਹੈ ਤਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਸੀਰੀਜ਼ ਦੇ ਵਿੱਚ ਇੱਕ ਬਲਬ ਇਸ ਦੇ ਨਾਲ ਹੋਰ ਲਗਾਓ ਤਾਂ ਹੁਣ ਤੁਸੀਂ ਬ੍ਰਾਈਟਨੈਸ ਦੇਖਣਾ ਵੱਧਦੀ ਹੈ ਜਾਂ ਘਟਦੀ ਰਾਈਟ ਇਟਸ ਕਲੀਅਰ ਟੂ ਯੂ ਕਿ ਹੁਣ ਮੈਂ ਕੀ ਕੀਤਾ ਵੀ ਦੋਨੋਂ ਬਲਬ ਸੈੱਲ ਨੇ ਜਿਹੜੇ ਉਹਨਾਂ ਨੂੰ ਮੈਂ ਸੀਰੀਜ਼ 'ਚ ਲਗਾ ਅੱਛਾ ਹੁਣ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਲਗਾ ਕੇ ਦੇਖੋ ਪੈਰਲਲ 'ਚ ਲਗਾ ਲਓ ਇਹ ਪੈਰਲਲ 'ਚ ਹੋ ਗਏ ਵੀ ਪੋਜ਼ਿਟਿਵ ਸਿਰੇ ਇੱਕ ਪਾਸੇ ਕਰਤੇ ਅਸੀਂ ਤੇ ਨੈਗੇਟਿਵ ਵਾਲੇ ਇੱਕ ਪਾਸੇ ਕਰਤੇ ਰਾਈਟ ਤਾਂ ਹੁਣ ਅਸੀਂ ਦੇਖਦੇ ਹਾਂ ਕਿ ਵਾਟ ਇਜ਼ ਹੈਪਨਿੰਗ ਦੇਖੋ ਹੁਣ ਬ੍ਰਾਈਟਨੈਸ ਘਟ ਗਈ ਨਾ ਪਹਿਲਾਂ ਨਾਲੋਂ ਤਾਂ ਪੈਰਲਲ ਦੇ ਵਿੱਚ ਹੈ ਜਿਹੜਾ ਕੀ ਹੋ ਰਿਹਾ ਉਹ ਸੀਰੀਜ਼ ਦੇ ਵਿੱਚ ਕੀ ਹੋ ਰਿਹਾ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਅਸੀਂ ਸਰਕਟਸ ਲਗਾਏ ਹੋਏ ਆ ਜਿਹੜੀਆਂ ਅਪਲਾਈਐਂਸਸ ਲਗਾਈਆਂ ਹੋਈਆਂ ਉਹ ਅਸੀਂ ਪੈਰਲਲ 'ਚ ਕਿਉਂ ਕਨੈਕਟ ਕਰਦੇ ਸੋ ਥਿਸ ਇਜ਼ ਦਾ ਰਾਈਟ ਤਾਂ ਹੁਣ ਇੱਕ ਤਾਂ ਸਿੰਪਲ ਐਕਸਪੈਰੀਮੈਂਟ ਸੀਗਾ ਸਾਡੇ ਕੋਲ ਸੀਰੀਜ਼ ਪੈਰਲਲ ਨਾਓ ਹਾਊ ਇਲੈਕਟ੍ਰਿਸਿਟੀ ਇਜ਼ ਜਨਰੇਟਡ ਹੁਣ ਤੁਸੀਂ ਦੇਖੋ ਕਿ ਇੱਕ ਮੇਰੇ ਕੋਲ ਸਟਰੋਂਗ ਮੈਗਨੇਟ ਹੈ ਇੱਕ ਮੇਰੇ ਕੋਲ ਕਾਪਰ ਕੋਇਲ ਇਜ਼ देयर बस और कुछ नहीं है इसमें सिंपल एक्सपेरिमेंट कॉपर कॉइल एंड स्ट्रांग मैग्नेट यू कैन टेक इट फ्रॉम हियर देयर इज अ स्ट्रांग मैग्नेट राइट ਤਾਂ ਹੁਣ ਇਹ ਸਟਰੋਂਗ ਮੈਗਨੇਟ ਨੂੰ ਜੇ ਮੈਂ ਇਸ ਕਾਪਰ ਕੋਇਲ ਦੇ ਵਿੱਚ ਰੱਖਦਾ ਕੋਈ ਕਰੰਟ ਨਹੀਂ ਪ੍ਰੋਡਿਊਸ ਹੋਇਆ ਕੋਈ LED ਗਲੋ ਨਹੀਂ ਕੀਤਾ ਹੈ ਬਟ ਜਦੋਂ ਅਸੀਂ ਥਿਊਰੀ ਪੜ੍ਹਦੇ ਹਾਂ ਤਾਂ ਥਿਊਰੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਇਸ ਤਰ੍ਹਾਂ ਮੈਗਨੇਟ ਰੱਖਣ ਨਾਲ ਨਹੀਂ ਹੈ ਉਹਦੀ ਮੂਵਮੈਂਟ ਦੇ ਨਾਲ ਹੈ ਇੱਕ ਕੋਇਲ ਦੇ ਵਿੱਚ ਜਦੋਂ ਨਾਰਥ ਪੋਲ ਜਾਂ ਸਾਊਥ ਪੋਲ ਕੋਈ ਵੀ ਤੁਸੀਂ इंट्रोड्यूस करोगे इस दे विच ते उस नूं इस तरह दे नाल मूव करोगे राइट देख रहे हो तुसीं तो लेफ्ट साइड वाला जिहड़ा बल्ब है वो ग्लो कर रहा है ਤਾਂ ਇੱਕ ਵਾਰੀ ਜਦੋਂ ਅਸੀਂ ਅੰਦਰ ਲੈ ਕੇ ਜਾਂਦੇ ਹਾਂ ਉਦੋਂ ਇੱਕ ਵਾਰੀ ਜਦੋਂ ਅਸੀਂ ਬਾਹਰ ਕਰਦੇ ਹਾਂ ਇਹ ਤੇਜ਼ ਮੂਵਮੈਂਟ ਦੇ ਨਾਲ ਜਿਹੜੀ ਇਲੈਕਟ੍ਰਿਸਿਟੀ ਜਨਰੇਟ ਹੁੰਦੀ ਹੈ ਤਾਂ ਹੁਣ
गल करिए असीं भाखड़ा डैम ते थर्मल पावर प्लांट ते हाइड्रो पावर, ये सारी इलैक्ट्रिसिटी जनरेशन का जिहड़ा सिद्धांत है, उत्थे वड्डियां-वड्डियां टरबाइनस लगियां, टरबाइन दे नाल शाफ्ट लगियां, शाफ्ट दे नाल चुंबक लग्या, वो कॉपर कॉइल दे विच जदों असीं मैगनेट नूं रोटेट करांदे आ तां इलैक्ट्रिसिटी जनरेशन हो जांदी है। ते एक तां मैथड साडे कोल इह है, ते हुण इस नूं कहंदे आ असीं फैराडेज लॉ ऑफ इलैक्ट्रोमैग्नेटिक इंडक्शन, इंड्यूस्ड करंट बन जांदा, राइट। हुण जे इसदा मैं पहलां इह वाला पोल पाया सी नॉर्थ सपोज, तां हुण मैं की कर रहा साउथ, तां इस दे नाल क्या है लेंसेज दा प्रूव हुंदा है। नाउ द अदर एलईडी ग्लोज नाउ द पोलैरिटी चेंजेस, पोलैरिटी ਨੂੰ ਚੇਂਜ ਕੀਤਾ ਤਾਂ ਉਧਰ ਜਿਹੜਾ ਕੌਜ਼ ਹੈ ਜਿਸ ਦੇ ਕਰਕੇ ਇਹ ईएमएफ ਜਿਹੜਾ ਹੈ ਕ੍ਰੀਏਟ ਹੋਇਆ, ਉਸ ਦੇ ਕਰਕੇ ਜਿਹੜਾ ਬਲਬ ਹੈ ਉਹ ਦੂਸਰਾ ਜਿਹੜਾ ਸਾਡੇ ਕੋਲ ਗਲੋ ਕਰਨ ਲੱਗ ਗਿਆ। तो these are the very simple experiment, लेकिन ਸਾਨੂੰ ਪੜਨ ਲੱਗਿਆ ਲੱਗਦਾ ਹੈ ਫੈਰਾਡੇਜ਼ ਲਾ, ਫਿਰ ਉਸ ਤੋਂ ਬਾਅਦ ਅਸੀਂ ਲੈਂਜ਼ਜ਼ ਲਾ, ਕੂਲਮਜ਼ ਲਾ, ਨਿਊਟਨਸ ਲਾ ਆਫ ਗ੍ਰੈਵਿਟੀ, ਅਸੀਂ ਸੋਚਦੇ ਹਾਂ ਪਤਾ ਨਹੀਂ ਇਹ ਕਿੰਨੇ ਔਖੇ ਹੈ। ਨਹੀਂ, ਜਦੋਂ ਤੁਸੀਂ ਇਹਨਾਂ ਨੂੰ ਆਪ ਕਰਕੇ ਦੇਖਦੇ ਹੋ ਨਾ ਤਾਂ ਬੜੇ ਆਸਾਨ ਲੱਗਦੇ ਆ, ਬੜੇ ਸੌਖੇ ਹੈ। ਤਾਂ ਇਸ ਤੋਂ ਬਾਅਦ ਫਲੈਮਿੰਗ ਆਏ, ਤਾਂ ਫਲੈਮਿੰਗ ਨੇ ਆਪਣਾ ਲੈਫਟ ਹੈਂਡ ਰੂਲ, ਰਾਈਟ ਹੈਂਡ ਰੂਲ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਮੈਗਨੈਟਿਕ ਫੀਲਡ ਹੋਊਗਾ, ਉਹਦੀ ਡਾਇਰੈਕਸ਼ਨ ਕੀ ਹੋਊਗੀ, ਫੋਰਸ ਕਿੱਧਰ ਨੂੰ ਹੋਊਗੀ। ਸੋ ਥੀਸ ਆਰ ਦ ਐਕਸਪੈਰੀਮੈਂਟਸ ਵੀ ਆਰ ਪਰਫਾਰਮਿੰਗ ਡੇ ਟੂ ਡੇ ਵਿਦ ਥੀਸ ਐਕਟੀਵਿਟੀ। ਤਾਂ ਹੁਣ ਇਸ ਤੋਂ ਬਾਅਦ ਆ ਜਾਂਦਾ ਹੈ, ਇੱਕ ਹੁੰਦੀ ਹੈ ਸਾਡੇ ਕੋਲ ਇੰਡਕਸ਼ਨ ਪ੍ਰੋਸੈਸ ਹੁੰਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਦੋ ਤਰ੍ਹਾਂ ਦੀਆਂ ਕੋਇਲਸ ਨੇ ਸਾਡੇ ਕੋਲ, ਇੱਕ ਪ੍ਰਾਇਮਰੀ ਕੋਇਲ ਹੈ, ਇੱਕ ਸੈਕੰਡਰੀ ਕੋਇਲ ਹੈ। ਤਾਂ ਹੁਣ ਜਦੋਂ ਇਸ ਨੂੰ ਇਸ ਦੇ ਬਿਲਕੁਲ ਨੇੜੇ ਲੈ ਕੇ ਜਾਵਾਂਗੇ ਅਸੀਂ, ਦੇਖ ਰਹੇ ਹੋ ਤੁਸੀਂ, ਤਾਂ ਵਿਦਆਊਟ ਐਨੀ ਫਿਜ਼ੀਕਲ ਕੰਟੈਕਟ, ਇਸ ਕਾਰਨ ਮਿਊਚੁਅਲ ਇੰਡਕਸ਼ਨ। देखो तो बड़ा सिंपल है, तुसी घरे बैठे बना सकते हो। कॉपर कॉइल लैके, इंसुलेटेड कॉपर कॉइल लैके तां उस दे नाल इह एक एलईडी लगा के तुसी ते चला सकते हो। हुण इस दे विच साडे कोल सीगा करंट जिहड़ा फ्लो कर रहा सीगा, दूसरे दे विच अपने आप ही फ्लो करन लग गया। तां इसदा मतलब की होया साडे कोल कि असीं म्यूचुअल इंडक्शन है जिहड़ी उसनूं अंडरस्टैंडिंग दे विच ले आंदा। हुण गल इह है कि मैगनेट क्या है, मैगनेट दे विच रिपल्शन इज द श्योरेस्ट टेस्ट। असीं देखते हैं ਹੁਣ ਇੱਕ ਮੈਗਨੇਟ ਹੈ ਸਾਡੇ ਕੋਲ, ਨਾਰਥ ਪੋਲ ਸਾਊਥ ਪੋਲ, ਉਸ ਦੇ ਉੱਤੇ ਲਿਖਿਆ ਹੁੰਦਾ ਨਾਰਥ ਐਂਡ ਸਾਊਥ। ਤਾਂ ਹੁਣ ਨਾਰਥ ਨੂੰ ਨਾਰਥ ਦੇ ਕੋਲ ਲੈ ਕੇ ਜਾਂਦੇ ਆ ਤਾਂ ਰਿਪਲਸ਼ਨ ਹੁੰਦੀ ਹੈ, ਨਾਰਥ ਨੂੰ ਸਾਊਥ ਦੇ ਕੋਲ ਲੈ ਕੇ ਆਏ ਤਾਂ ਅਟਰੈਕਸ਼ਨ ਹੋਊਗੀ। ਤਾਂ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਇਸ ਨੂੰ ਇਸ ਜਗ੍ਹਾ ਤੇ ਦਿਖਾ ਦਿੰਨਾ। ਦੇਖੋ ਇਹ ਸਾਡੇ ਕੋਲ ਹੁਣ ਕੀ ਹੈ ਨਾਰਥ, ਇਸ ਨਾਰਥ ਨੂੰ ਜੇ ਮੈਂ ਨਾਰਥ ਦੇ ਕੋਲ ਲੈ ਕੇ ਆ ਰਿਹਾ, देखा रिपल्शन हो रही है ना। तो गल ये है भी बड़ा सिंपल एक्सपेरिमेंट तुसीं बहुत बारी कीता है, पर गल ये है कि हुण साउथ नूं लेके जाइए जी असीं, दिस इज अट्रैक्शन। तां इहदा मतलब डाईपोल है साडे कोल, डाईपोल दी कोई लेंथ है, उसदी कोई मैग्नेटिक फील्ड है, उसदी कोई मैग्नेटिक लाइन दो फोर्सेस है, उसदी कोई मैग्नेटिक स्ट्रेंथ है। एंड असीं देखते हैं भी ये सब तो ज्यादा जिहड़ी स्ट्रेंथ है कित्थे हुंदी है, इस दे पोल्स ते हुंदी है। एक बड़ा ही सिंपल एक्सपेरीमेंट है तुहाडे कोल इह कि मैगनेट दे जिहड़े पोल्स हैं उन्हां दे उत्ते जिहड़ी स्ट्रेंथ, वैसे तां मैं मैगनेट को सारे नूं इस दे विच लगा लिया होया आयरन डस्ट दे विच, पर तुसीं देखो कि कितना ही अच्छा इह तुहानूं नज़र आ रहा होएगा कि मैगनेट दे विच जिहड़ियां साइड्स हैं, दोनों पोल्स हैं, उन्हां दे उत्ते स्ट्रेंथ देखो कितनी ज्यादा। तो इस तरह दे नाल तुसीं छोटे छोटे एक्सपेरीमेंट खुद भी कर सकते हो ना। तां इस नूं डाईपोल क्यों कहा जाता है, क्योंकि इसके पोल्स हैं जिहड़े दो हैं, ते की असीं डाईपोल नूं तोड़न तो बाद अलग अलग कर सकते हैं, उन्हां नूं नहीं कर सकते, क्योंकि जदों तोड़ोगे फिर नॉर्थ साउथ फिर क्रिएट हो जाना, होर तोड़ोगे फिर नॉर्थ साउथ क्रिएट हो जाना। तो दिस वे यू कैन सी कि व्हाट इज हैपनिंग ओवर देयर, राइट। तो ये जिहड़े छोटे छोटे बेटे एक्सपेरीमेंट्स हैं, इन्हां तो बाद फिर जिहड़े फ्लैमिंग ने अपने राइट हैंड रूल ते लैफ्ट हैंड रूल दस्से, फिर जनरेटर ते अप्लाई किया जाता है, राइट हैंड रूल है, ਤੇ ਜਿਹੜਾ ਲੈਫਟ ਹੈਂਡ ਰੂਲ ਹੈ ਉਹ ਮੋਟਰ ਲਈ ਅਸੀਂ ਅਪਲਾਈ ਕਰਦੇ ਹਾਂ। ਤਾਂ ਇੱਕ ਇਹ ਛੋਟਾ ਜਿਹਾ ਐਕਸਪੈਰੀਮੈਂਟ ਹੈ ਮੋਟਰ ਵਾਲਾ, ਇਹ ਵੀ ਆਪਾਂ ਦੇਖ ਲੈਂਦੇ ਹਾਂ। ਤਾਂ ਇੱਕ ਮੈਂ ਕੋਇਲ ਲਗਾਇਆ ਔਰ ਇਸ ਦੇ ਵਿੱਚ ਮੈਂ ਇੱਕ ਸੈੱਲ ਲਗਾਉਣਾ ਤਾਂ ਕਿ ਇਸ ਨੂੰ ਜਿਹੜਾ ਹੈ ਦੋਨੋਂ ਪਾਸਿਆਂ ਤੋਂ ਸੇਫਟੀ ਪਿਨ ਲਗਾਏ ਹੋਏ ਹਨ। ਹੁਣ ਇਹਨਾਂ ਸੇਫਟੀ ਪਿੰਸ ਦੇ ਵਿੱਚ ਕੀ ਹੈ ਕਿ ਟੱਚ ਕਰਵਾਤੇ ਦੋਨੋਂ ਪੋਲਸ ਸੈੱਲ ਦੇ। ਤਾਂ ਹੁਣ ਤੁਸੀਂ ਦੇਖੋ ਕਿ ਮੈਂ ਇਸ ਦੇ ਵਿੱਚ ਕੀ ਰੱਖਦਾ,
मैग्नेट रख दो। नाउ दिस स्टार्ट्स, मोटर चलने लग पई ना। सो दिस इज द प्रिंसिपल, राइट। आई होप सो के इट इज वेरी क्लियर टू यू। ਕੀ ਹੈ ਕਿ ਅਸੀਂ ਇਸ ਤੋਂ ਕਰੰਟ ਦਿੱਤਾ ਉਸ ਦੇ ਵਿੱਚ ਮੈਗਨੈਟਿਕ ਫੀਲਡ ਰੱਖਤੀ, ਮੈਗਨੈਟਿਕ ਫੀਲਡ ਰੱਖਣ ਦੇ ਨਾਲ ਉਹ ਜਿਹੜੀ ਮੋਟਰ ਹੈ ਸਾਡੀ ਚੱਲਣੀ ਸ਼ੁਰੂ ਹੋ ਗਈ। ਤਾਂ ਮੋਟਰ ਦੇ ਜਨਰੇਟਰ ਦੇ ਵਿੱਚ ਇਹੀ ਹੈ ਕਿ ਇੱਕ ਜਗ੍ਹਾ ਦੇ ਉੱਤੇ ਅਸੀਂ ਕੀ ਦਿੰਦੇ ਆ, ਇਲੈਕਟ੍ਰਿਸਿਟੀ ਦਿੰਦੇ ਆ ਤੇ ਉਹ ਸਾਨੂੰ ਕੰਮ ਕਰਕੇ ਦਿੰਦੇ, ਇੱਕ ਜਗ੍ਹਾ ਤੇ ਕੰਮ ਕਰਦੇ ਆ ਤੇ ਸਾਨੂੰ ਇਲੈਕਟ੍ਰਿਸਿਟੀ ਮਿਲਦੀ। ਬਸ ਦਿਸ ਇਜ਼ ਦ ਡਿਫਰੈਂਸ, ਰਾਈਟ। ਸੋ ਦਿਸ ਵੇ ਯੂ ਕੈਨ ਪਰਫਾਰਮ so many experiments, right? So now we will see ਕਿ ਇਹ ਤਾਂ ਗੱਲਾਂ ਹੋ ਗਈਆਂ ਸਾਡੀਆਂ ਇਲੈਕਟ੍ਰੋਸਟੈਟਿਕਸ ਦੀਆਂ, ਇਲੈਕਟ੍ਰਿਸਿਟੀ ਦੀਆਂ, ਮੈਗਨੇਟਿਜ਼ਮ ਦੀਆਂ। ਹੁਣ ਜਿਹੜਾ ਇਹੀ ਇਲੈਕਟ੍ਰਿਸਿਟੀ ਹੈ, ਇਸ ਦੇ ਨਾਲ ਅਸੀਂ ਇਲੈਕਟ੍ਰੋਨਿਕਸ ਦੇ ਡਿਵਾਈਸਿਸ ਬਣਾਏ। ਹੁਣ ਇਲੈਕਟ੍ਰੋਨਿਕਸ ਡਿਵਾਈਸਿਸ ਦੇ ਵਿੱਚ ਕੀ ਹੈ ਕਿ ਇਹ ਸਾਡੇ ਕੋਲ ਕੀ ਹੈ, ਇੱਕ ਸੈਂਸਰ ਹੈ। ਸੈਂਸਰ, ਹੁਣ ਸੈਂਸਰ ਦੇ ਵਿੱਚ ਕੀ ਹੈ ਕਿ ਸੈਂਸਰ ਬਲਬਸ ਆ ਗਏ ਕਿ ਸਟਰੀਟ ਲਾਈਟਸ ਹੈ ਜਿਹੜੀਆਂ, ਜਦੋਂ ਹੀ ਹਨੇਰਾ ਹੋਊਗਾ ਉਹ ਆਪਣੇ ਆਪ ਹੈ ਜਿਹੜੀਆਂ ਉਹ ਜਗ ਜਾਣਗੀਆਂ, ਤੇ ਜਦੋਂ ਚਾਨਣਾ ਹੋਊਗਾ ਉਹ ਆਪਣੇ ਆਪ ਹੀ ਬੁੱਝ ਜਾਣਗੀਆਂ। ਹੁਣ ਇਸ ਵੇਲੇ ਚਾਨਣਾ ਹੈ ਤਾਂ ਜਿਹੜੀ ਸਟਰੀਟ ਲਾਈਟ ਹੈ ਉਹ ਨਹੀਂ ਚੱਲ ਰਹੀ। ਉਹ ਹੁਣ ਤੁਸੀਂ ਦੇਖਿਓ ਵੀ ਮੈਂ ਜਦੋਂ ਹੀ ਇਸ ਨੂੰ ਨੇੜੇ ਲੈ ਕੇ ਜਾਵਾਂਗਾ ਗਲੋ ਕਰ ਗਈ। ਤਾਂ ਦੇਖੋ ਜਿੰਨਾ ਹਨੇਰਾ ਜ਼ਿਆਦਾ ਹੁੰਦਾ ਜਾਏਗਾ ਉਨਾ ਹੀ ਇਸ ਦਾ ਗਲੋ ਹੈ ਜਿਹੜਾ ਉਹ ਮੈਕਸਿਮਮ ਹੁੰਦਾ ਜਾਏਗਾ। ਸੋ ਇਹ ਇਲੈਕਟ੍ਰਿਸਿਟੀ, ਫਿਰ ਇਲੈਕਟ੍ਰੋਨਿਕਸ, ਫਿਰ ਉਹਨਾਂ ਦੇ ਸੈਂਸਰਸ, ਇਹਨਾਂ ਨੂੰ ਅਸੀਂ ਯੂਜ਼ ਕਰ ਲਿਆ ਹੋਇਆ ਹੈ। ਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਹੁਣ ਜੇ ਅਸੀਂ ਗੱਲ ਕਰੀਏ ਕਿ ਉਹ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਇਹ ਗੱਲਾਂ ਕੀਤੀਆਂ, ਅੱਜ ਅਸੀਂ ਕੀ ਕਰ ਰਹੇ ਹਾਂ, ਤਾਂ ਹੁਣ ਇੱਕ ਗੱਲ ਮੈਂ ਕਰਦਾ ਤੁਹਾਡੇ ਨਾਲ ਨਿਊਟਨ ਦੇ ਇਸ ਐਕਸਪੈਰੀਮੈਂਟ ਦੀ। ਬੜਾ ਸਿੰਪਲ ਹੈ, ਅਸੀਂ ਬਹੁਤ ਵਾਰੀ ਪੜ੍ਹਿਆ ਕਿ ਵਾਈਟ ਲਾਈਟ ਇਜ਼ ਮੇਡ ਅਪ ਆਫ ਡਿਫਰੈਂਟ 7 ਕਲਰਸ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਰੈਡ। ਉਹ 7 ਰੰਗ ਇਸ ਦੇ ਉੱਤੇ ਦਿਖਾਏ ਹੋਏ ਹੈ। ਤਾਂ ਹੁਣ ਇਹਨਾਂ ਰੰਗਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਵੀ ਮੂਵਮੈਂਟ 'ਚ ਲਿਆਉਂਦੇ ਹਾਂ, ਤੇਜ਼ ਘੁਮਾਉਂਦੇ ਹਾਂ, so what is happening? Now you can see white हो गया, right? तो इसका मतलब white light is made up of different 7 colors are all right here. So इस तरह ਦੇ ਨਾਲ ਬੇਟੇ ਇਹ ਛੋਟੇ ਐਕਸਪੈਰੀਮੈਂਟਸ ਜਿਹੜੇ ਅਸੀਂ ਪਰਫਾਰਮ ਕਰ ਸਕਦੇ ਹਾਂ। ਕਿ ਆਈ ਹੋਪ ਸੋ ਕਿ ਤੁਸੀਂ ਜਿਹੜਾ ਹੈ ਅੱਜ ਦਾ ਜਿਹੜਾ ਲੈਕਚਰ ਹੈ ਇੰਜੋਏ ਕੀਤਾ ਹੋਵੇਗਾ ਤੇ ਤੁਸੀਂ ਐਕਸਪੈਰੀਮੈਂਟਸ ਨੂੰ ਦੇਖਿਆ ਹੋਵੇਗਾ। ਤੇ ਮੈਂ ਥੈਂਕਸ ਕਰਦਾ ਅਮਰਦੀਪ ਤਿੰਨਾ ਜੀ ਦਾ, ਪ੍ਰਿੰਸੀਪਲ ਕਰਮਜੀਤ ਸਿੰਘ ਜੀ ਦਾ, ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਉਹਨਾਂ ਦੇ ਜਿਹੜੇ ਸਟੂਡੈਂਟਸ ਹੈ ਉਹ ਸਾਰੇ ਜੁੜੇ। ਕੋਈ ਹੋਇਆ ਕਿ ਕਨੈਕਟ